ਅੱਜ ਅਸੀਂ ਪੜ੍ਹਾਂਗੇ ਪਾਠ 15 ਸਾਵਾ ਪੱਤਰ ਪ੍ਰੋਫੈਸਰ ਮੋਹਨ ਸਿੰਘ। ਇਹ ਪਾਠ ਪ੍ਰੋਫੈਸਰ ਮੋਹਨ ਸਿੰਘ ਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਹੈ। ਪ੍ਰੋਫੈਸਰ ਮੋਹਨ ਸਿੰਘ ਇੱਕ ਉੱਘੇ ਪੰਜਾਬੀ ਕਵੀ ਹੋਏ ਹਨ। ਉਹਨਾਂ ਨੇ ਜਿੰਨਾ ਵੀ ਸਾਹਿਤ ਰਚਿਆ ਸੁਚੱਜਾ ਤੇ ਗੰਭੀਰ ਹੈ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਨੂੰ ਹੋਇਆ। ਆਪ ਨੇ ਕਵਿਤਾ ਦੇ ਕਈ ਪੜਾਅ ਤੈਅ ਕੀਤੇ। ਉਹਨਾਂ ਉੱਪਰ ਸਮੇਂ ਦੇ ਬਦਲਾਅ ਅਤੇ ਘਟਨਾਵਾਂ ਦਾ ਬੜਾ ਅਸਰ ਹੋਇਆ। ਆਪ ਨੇ ਪਹਿਲਾਂ ਰੋਮਾਂਟਿਕ ਕਵਿਤਾਵਾਂ ਲਿਖੀਆਂ ਤੇ ਫਿਰ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹ ਪੰਜਾਬੀ ਸਰੋਤਿਆਂ ਤੇ ਪਾਠਕਾਂ ਦੀ ਨਬਜ਼ ਨੂੰ ਪਛਾਣਦੇ ਸੀ। ਇਸੇ ਕਰਕੇ ਉਹਨਾਂ ਪਰੰਪਰਾਗਤ ਕਾਵਿ ਰੂਪ ਅਤੇ ਕਾਵਿ ਵਿਸ਼ਿਆਂ ਨੂੰ ਆਪਣੀ ਕਾਵਿ ਰਚਨਾ ਅਧੀਨ ਲਿਆਂਦਾ। ਉਹਨਾਂ ਦੀ ਪੈੜ 'ਤੇ ਚੱਲ ਕੇ ਕਈ ਆਧੁਨਿਕ ਕਵੀਆਂ ਨੇ ਕਵਿਤਾ ਲਿਖੀ। ਹੁਣ ਅਸੀਂ ਪਾਠ ਪੜ੍ਹਦੇ ਹਾਂ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਯੁੱਗ ਵਿੱਚ ਪੈਦਾ ਹੋਇਆ, ਪਲਿਆ ਤੇ ਪ੍ਰਵਾਨ ਚੜ੍ਹਨ ਵਾਲਾ ਇੱਕ ਅਜਿਹਾ ਪੰਜਾਬੀ ਕਵੀ ਹੈ ਜਿਸ ਨੂੰ ਪੰਜਾਬੀ ਦੀ ਆਧੁਨਿਕ ਕਵਿਤਾ ਦਾ ਯੁੱਗ ਪੁਰਸ਼ ਕਿਹਾ ਜਾਂਦਾ ਹੈ। ਆਧੁਨਿਕ ਮਤਲਬ ਅੱਜ ਦੇ ਸਮੇਂ ਦਾ ਕਵੀ। ਇਸ ਤੋਂ ਪਹਿਲਾਂ ਪੁਰਾਤਨ ਸਾਹਿਤ ਲਿਖਿਆ ਗਿਆ ਜਿਹੜਾ ਇਸ ਨਾਲੋਂ ਬਹੁਤ ਭਿੰਨ ਸੀ। ਪ੍ਰੋਫੈਸਰ ਮੋਹਨ ਸਿੰਘ ਤੋਂ ਪਹਿਲਾਂ ਸਟੇਜੀ ਕਵੀਆਂ ਦਾ ਦੌਰ ਸੀ। ਸਟੇਜੀ ਕਵੀ ਉਹ ਜਿਹੜੇ ਸਟੇਜ 'ਤੇ ਕਵਿਤਾ ਬੋਲਦੇ ਸਨ, ਜੋ ਜ਼ਿਆਦਾਤਰ ਸਟੇਜ ਉੱਪਰ ਸਰੋਤਿਆਂ ਨੂੰ ਕੀਲਣ ਵਾਸਤੇ ਕਵਿਤਾਵਾਂ ਰਚਦੇ ਸਨ। ਇਹਨਾਂ ਵਿੱਚ ਬਹੁਤੀ ਕਵਿਤਾ ਤੁਕਬੰਦੀ ਜਾਪਦੀ ਸੀ ਤੇ ਕਈ ਵਾਰੀ ਕਵਿਤਾ ਦੇ ਮਿਆਰ ਉੱਪਰ ਵੀ ਪੂਰੀ ਨਹੀਂ ਸੀ ਉਤਰਦੀ। ਮਿਆਰ ਮਤਲਬ ਪੱਧਰ। ਅਜਿਹੇ ਸਮੇਂ ਪ੍ਰੋਫੈਸਰ ਮੋਹਨ ਸਿੰਘ ਦੀ ਆਮਦ ਹੋਈ ਤੇ ਉਸ ਨੇ ਪੰਜਾਬੀ ਵਿੱਚ ਕਵਿਤਾ ਲਿਖਣ ਦੀ ਨਵੀਂ ਪਿਰਤ ਪਾਈ। ਉਸ ਨੇ ਪੰਜ ਦਰਿਆ ਨਾਂ ਦਾ ਮਾਸਿਕ ਰਸਾਲਾ ਵੀ ਜਾਰੀ ਕੀਤਾ ਤੇ ਜਲਦੀ ਹੀ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਮਨਾਂ ਉੱਪਰ ਛਾ ਗਿਆ। ਅਜਿਹੇ ਦੌਰ ਵਿੱਚ ਉਸ ਦਾ ਕਾਵਿ ਸੰਗ੍ਰਹਿ ਸਾਵੇ ਪੱਤਰ ਦੇ ਨਾਂ ਉੱਪਰ ਪ੍ਰਕਾਸ਼ਿਤ ਹੋਇਆ। ਇਹ ਉਹਨਾਂ ਦਾ ਕਾਵਿ ਸੰਗ੍ਰਹਿ ਸੀ ਸਾਵੇ ਪੱਤਰ, ਜਿਹਦਾ ਨਾਲ ਲੈਸਨ ਦੇ ਵਿੱਚ ਨਾਮ ਹੈ, ਜਿਸ ਵਿਚਲੀਆਂ ਰਚਨਾਵਾਂ ਨੇ ਪ੍ਰੋਫੈਸਰ ਮੋਹਨ ਸਿੰਘ ਨੂੰ ਪੰਜਾਬੀ ਕਵਿਤਾ ਦੇ ਆਕਾਸ਼ ਉੱਪਰ ਇੱਕ ਧਰੂ ਤਾਰੇ ਵਜੋਂ ਸਥਾਪਿਤ ਕਰ ਦਿੱਤਾ। ਸਾਵੇ ਪੱਤਰ ਉਸ ਦੀ ਕਵਿਤਾ ਦੀ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਨੇ ਚਾਰ ਹੰਝੂ ਨਾਂ ਦੀ ਕਾਵਿ ਪੁਸਤਕ ਪ੍ਰਕਾਸ਼ਿਤ ਕੀਤੀ, ਪਰ ਸਾਵੇ ਪੱਤਰ ਨੇ ਪ੍ਰੋਫੈਸਰ ਮੋਹਨ ਸਿੰਘ ਲਈ ਪੰਜਾਬੀ ਕਵਿਤਾ ਵਿੱਚ ਇੱਕ ਵਿਸ਼ੇਸ਼ ਥਾਂ ਬਣਾਈ। ਉਸ ਦੀਆਂ ਬਾਕੀ ਕਾਵਿ ਪੁਸਤਕਾਂ ਕਸੁੰਬੜਾ, ਅਧਵਾਟੇ, ਕੱਚ ਸੱਚ ਤੇ ਆਵਾਜ਼ਾਂ ਵੀ ਬਹੁਤ ਪ੍ਰਸਿੱਧ ਹੋਈਆਂ ਕਿ ਉਹਨਾਂ ਨੇ ਬਹੁਤ ਸਾਰੀਆਂ ਕਾਵਿ ਪੁਸਤਕਾਂ ਲਿਖੀਆਂ ਜਿਹੜੀਆਂ ਪ੍ਰਸਿੱਧ ਹੋਈਆਂ। ਕਵਿਤਾ ਦਾ ਇਹ ਜਾਦੂਗਰ ਸਧਾਰਨ ਜਿਹੀ ਜਾਪਣ ਵਾਲੀ ਗੱਲ ਨੂੰ ਕੁਝ ਇਸ ਤਰ੍ਹਾਂ ਪੇਸ਼ ਕਰਦਾ ਕਿ ਉਹ ਸਦਾ ਲਈ ਅਮਰ ਹੋ ਜਾਂਦੀ। ਮਾਂ ਬਾਰੇ ਲਿਖੀ ਹੋਈ ਪ੍ਰੋਫੈਸਰ ਮੋਹਨ ਸਿੰਘ ਦੀ ਇਹ ਕਵਿਤਾ ਹਰ ਪੰਜਾਬੀ ਅੰਦਰ ਮਾਂ ਨਾਲ ਉਸ ਦੇ ਰਿਸ਼ਤੇ ਨੂੰ ਇੱਕ ਸਦੀਵੀ ਅਰਥ ਪ੍ਰਦਾਨ ਕਰਦੀ ਹੈ ਕਿ ਹੁਣ ਮਾਂ ਬਾਰੇ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਵੀ ਇੱਕ ਬਹੁਤ ਸੋਹਣੀ ਕਵਿਤਾ ਜਿਹੜੀ ਹੈ ਮਾਂ ਦੇ ਰਿਸ਼ਤੇ ਉੱਪਰ ਲਿਖੀ ਹੈ। ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਕਿ ਮਾਂ ਠੰਡੀ ਛਾਂ ਵਾਂਗ ਹੈ, ਉਸਦੇ ਪੈਰਾਂ ਵਿੱਚ ਸਵਰਗ ਹੈ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਕਿ ਬਾਕੀ ਬੂਟੇ ਦੁਨਿਆਵੀ ਬੂਟੇ ਜਿਹੜੇ ਹਨ ਉਹਨਾਂ ਦੀ ਜੜ ਸੁੱਕ ਜੇ ਤੇ ਬੂਟਾ ਮੁਰਝਾ ਜਾਂਦਾ ਹੈ, ਪਰ ਮਾਂ ਇੱਕ ਇਹੋ ਜਿਹਾ ਬੂਟਾ ਹੈ ਜਿਸ ਦੇ ਫੁੱਲਾਂ ਅਰਥਾਤ ਬੱਚਿਆਂ ਨੂੰ ਕੁਛ ਹੋ ਜਾਏ ਤਾਂ ਇਹ ਵੀ ਨਾਲ ਹੀ ਮੁਰਝਾ ਜਾਂਦੀ ਹੈ। ਕਿ ਅਰਥਾਤ ਬੱਚੇ ਦੁਖੀ ਹੋਣ ਤਾਂ ਮਾਂ ਵੀ ਦੁਖੀ ਹੋ ਜਾਂਦੀ ਹੈ। ਦੁਆ ਤੇ ਅਰਦਾਸ ਦੇ ਅੰਦਾਜ਼ ਵਿੱਚ ਲਿਖੀ ਹੋਈ ਉਹਨਾਂ ਦੀ ਰਚਨਾ ਹਵਾ ਦਾ ਜੀਵਨ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਵਿਤਾ ਹੈ। ਇਹੋ ਜਿਹੀ ਕੋਈ ਦੂਸਰੀ ਕਵਿਤਾ ਲੱਭਣਾ ਬਹੁਤ ਮੁਸ਼ਕਿਲ ਕੰਮ ਹੈ। ਇਸ ਵਿੱਚ ਖਿਆਲ ਤੇ ਵਿਚਾਰ ਦੀ ਜਿਹੜੀ ਬੁਲੰਦੀ ਮਿਲਦੀ ਹੈ ਉਹ ਆਪਣੇ ਆਪ ਵਿੱਚ ਲਾਸਾਨੀ ਹੈ।
ਕਿ ਹਵਾ ਦੇ ਜੀਵਨ ਵਰਗੀ ਕੋਈ ਹੋਰ ਕਵਿਤਾ ਲੱਭਣੀ ਬਹੁਤ ਮੁਸ਼ਕਲ ਹੈ। ਬਹੁਤ ਸਮਝੋ ਕਿ ਉਚਾਈ 'ਤੇ ਜਾ ਕੇ ਬੁਲੰਦ ਜਿਹੜੀ ਇਹ ਕਵਿਤਾ ਹੈ, ਇਹੋ ਜਿਹੀ ਹੋਰ ਕਵਿਤਾ ਨਹੀਂ ਮਿਲ ਸਕਦੀ। ਇਹ ਬੇਮਿਸਾਲ ਕਵਿਤਾ ਹੈ। ਦੇ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ, ਹਰ ਦਮ ਤਲਬ ਸਜਣ ਦੀ ਕਰੀਏ, ਠੰਡੇ ਕਦੀ ਨਾ ਪਈਏ। ਕਿ ਹਵਾ ਵਰਗਾ ਸਾਡਾ ਜੀਵਨ ਹੋਏ, ਜਿਹੜੀ ਨਿਰੰਤਰ ਗਤੀਸ਼ੀਲ ਰਹਿੰਦੀ ਹੈ, ਚੱਲਦੀ ਰਹਿੰਦੀ ਹੈ। ਅਸੀਂ ਵੀ ਉਹਦੇ ਵਾਂਗ ਰਹੀਏ, ਜਿਵੇਂ ਹਵਾ ਵੀ ਨਿਰੰਤਰ ਚੱਲਦੀ ਹੈ, ਕਿ ਜਿਵੇਂ ਉਹ ਕਿਸੇ ਸੱਜਣ ਦੀ, ਪਿਆਰੇ ਦੀ ਭਾਲ ਕਰ ਰਹੀ ਹੈ, ਕਦੀ ਖੜੀ ਨਹੀਂ ਹੁੰਦੀ। ਇਸ ਤਰ੍ਹਾਂ ਹੀ ਅਸੀਂ ਹੋਈਏ। ਜੰਗਲ ਗਾਹੀਏ, ਰੇਤੜ ਵਾਹੀਏ, ਨਾਲ ਪਹਾੜਾਂ ਖਹੀਏ, ਇੱਕੋ ਸਾਹੇ ਭੱਜਦੇ ਜਾਈਏ, ਕਿਸੇ ਪੜਾਅ ਨਾਲ ਰਹੀਏ। ਕਿ ਹਵਾ ਵਾਂਗ ਅਸੀਂ ਵੀ ਸਾਰੀ ਦੁਨੀਆ ਗਾਹ ਮਾਰੀਏ, ਭਾਵੇਂ ਜੰਗਲ ਹੋਣ, ਪਹਾੜ ਹੋਵੇ, ਰੇਤਲੀ ਜ਼ਮੀਨ ਹੋਏ, ਬਿਨਾਂ ਸਾਹ ਲਏ ਨਿਰੰਤਰ ਅਸੀਂ ਗਤੀਸ਼ੀਲ ਰਹੀਏ। ਵੇਖ ਮੁਲਾਇਮ ਸੇਜ ਫੁੱਲਾਂ ਦੀ ਧਰਨਾ ਮਾਰ ਨਾ ਬਹੀਏ, 100 ਰੰਗਾਂ ਦੇ ਵਿੱਚੋਂ ਲੰਘ ਕੇ ਫਿਰ ਵੀ ਬੇਰੰਗ ਰਹੀਏ। ਕਿ ਅਸੀਂ ਜਿੱਥੇ ਕੋਈ ਸੁੱਖ ਵੇਖੀਏ ਉੱਥੇ ਨਾ ਹੀ ਠਹਿਰ ਜਾਈਏ, ਸਗੋਂ ਹਰ ਰੰਗ ਦੇ ਵਿੱਚੋਂ ਲੰਘ ਕੇ ਵੀ ਸਾਡੇ ਉੱਤੇ ਦੁਨਿਆਵੀ ਜਿਹੜੇ ਲਾਲਚ ਨੇ, ਇਛਾਵਾਂ ਨੇ, ਉਹ ਨਾ ਸਾਡੇ 'ਤੇ ਹਾਵੀ ਹੋਣ, ਅਤੇ ਅਸੀਂ ਆਪਣੀ ਗਤੀ ਬਣਾਈ ਰੱਖੀਏ। ਜੇ ਕੋਈ ਬੁਲਬੁਲ ਹਾਕਾਂ ਮਾਰੇ, ਕੰਨ ਵਿੱਚ ਉਂਗਲਾਂ ਦਈਏ, ਜੇ ਕੋਈ ਕੰਡਾ ਪੱਲਾ ਪਕੜੇ, ਛੰਡੀਏ ਤੇ ਨੱਸ ਪਈਏ। ਛੰਡੀਏ ਮਤਲਬ ਝਾੜ ਦਈਏ ਉਸਨੂੰ। ਕਿ ਸਾਨੂੰ ਜਿਹੜੀਆਂ ਦੁਨਿਆਵੀ ਇਛਾਵਾਂ ਹਨ, ਇਹਨਾਂ ਵੱਲ ਅਸੀਂ ਧਿਆਨ ਨਾ ਕਰੀਏ, ਸਗੋਂ ਆਪਣੇ ਮਸਤ ਅਸੀਂ ਹਵਾ ਵਾਂਗ ਤੁਰੇ ਰਹੀਏ। ਦੇ ਹਵਾ ਦਾ ਜੀਵਨ ਸਾਨੂੰ ਸਦਾ ਖੋਜ ਵਿੱਚ ਰਹੀਏ। ਹਵਾ ਦਾ ਜੀਵਨ ਭਾਵ ਸਦਾ ਗਤੀਸ਼ੀਲ ਰਹਿਣਾ ਅਤੇ ਕੁਝ ਨਾ ਕੁਝ ਕਰਨ ਦੀ ਖੋਜਣ ਦੀ ਬਹਿਬਲਤਾ ਇਸ ਕਵਿਤਾ ਦਾ ਸੰਦੇਸ਼ ਹੈ। ਕਿ ਉਤਸੁਕਤਾ, ਜਿਵੇਂ ਹਵਾ ਰੁਕਦੀ ਨਹੀਂ ਹੈ, ਸਦਾ ਗਤੀਸ਼ੀਲ ਰਹਿੰਦੀ ਹੈ, ਉਹਦੇ ਉੱਤੇ ਕਿਸੇ ਮੌਸਮ ਦਾ, ਜਗ੍ਹਾ ਦਾ ਕੋਈ ਅਸਰ ਨਹੀਂ ਹੁੰਦਾ ਹੈ। ਸਾਨੂੰ ਵੀ ਉਵੇਂ ਰਹਿਣਾ ਚਾਹੀਦਾ ਹੈ। ਸਦਾ ਅਣਭਿੱਜ ਰਹਿਣਾ ਅਤੇ ਕਿਸੇ ਵੀ ਇੱਕ ਥਾਂ ਨਾਲ ਮੋਹ ਨਾ ਰੱਖਣਾ ਵਿਚਾਰਸ਼ੀਲਤਾ ਦਾ ਸਿਖਰ ਹੈ, ਗੰਭੀਰਤਾ ਦਾ ਸਿਖਰ ਹੈ। ਕਿ ਅਛੂਤੇ ਰਹਿਣਾ, ਕਿ ਆਮ ਦੁਨਿਆਵੀ ਮਸਲਿਆਂ ਦਾ ਸਾਡੇ 'ਤੇ ਕੋਈ ਅਸਰ ਨਾ ਹੋਵੇ। ਇਹੀ ਹਵਾ ਵਾਂਗ ਅਸੀਂ ਗਤੀਸ਼ੀਲ ਰਹੀਏ। ਅੱਜ ਅਸੀਂ ਪਾਠ ਇੱਥੋਂ ਤੱਕ ਪੜ੍ਹਾਂਗੇ, ਰਹਿੰਦਾ ਪਾਠ ਅਸੀਂ ਅੱਗੇ ਪੜ੍ਹਾਂਗੇ।